ਇਹ ਕਹਿਣਾ ਚਾਹੁੰਦਾ ਕਿ ਜੇ ਸਰਕਾਰ ਇਹ ਕਹਿੰਦੀ ਹੈ ਕਿ ਇਹਦੇ ਵਿੱਚ ਸੋਧਾਂ ਕਰਨ ਦੀ ਲੋੜ ਹੈ, ਜੇ ਉਹ ਇਹ ਮਹਿਸੂਸ ਕਰ ਰਹੀ ਹੈ ਤਾਂ ਉਹਨੂੰ ਰੱਦ ਕਰਨ ਦੇ ਵਿੱਚ ਕੀ ਹਰਜ ਹੈ। ਜੇ ਇਹਦਾ ਮਤਲਬ ਹੈ ਕਿ ਇਹਦੇ ਵਿੱਚ ਕੋਈ ਨਾ ਕੋਈ ਕਮੀਆਂ ਨੇ, ਜੇ ਉਹ ਇਹਦਾ ਮਤਲਬ ਜੇ ਸੋਧ ਲਈ ਮੰਨ ਰਹੀ ਹੈ ਤਾਂ ਇਹਦਾ ਮਤਲਬ ਉਹ ਇਹ ਵੀ ਮੰਨ ਰਹੀ ਹੈ ਕਿ ਇਹਨਾਂ ਕਾਨੂੰਨਾਂ ਦੇ ਵਿੱਚ ਬਹੁਤ ਵੱਡੀਆਂ ਖਾਮੀਆਂ ਨੇ। ਮੋਦੀ ਸਰਕਾਰ ਨੂੰ ਇਹ ਕਾਲੇ ਕਾਨੂੰਨ ਵਾਪਸ ਲੈਣੇ ਚਾਹੀਦੇ ਨੇ ਔਰ ਆਪਣੀ ਜਿਹੜੀ ਉਹਨਾਂ ਦੀ ਜਿਹੜੀ ਇੱਜ਼ਤ ਉਹਨਾਂ ਨੇ ਬਣਾਈ ਹੋਈ ਹੈ ਉਹਨੂੰ ਪਿੱਛੇ ਰੱਖ ਕੇ ਲੋਕਾਂ ਦਾ ਜਿਹੜੇ ਇਹਦੇ ਵਿੱਚ ਹਿੱਤ ਨੇ ਉਹਨਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਹਨਾਂ ਨੂੰ ਵਾਪਸ ਲੈਣਾ ਚਾਹੀਦਾ ਹੈ। ਦੇਖੋ, ਇਹ ਮੈਨੂੰ ਲੱਗਦਾ ਹੈ ਕਿ ਇਹ ਜਿਹੜਾ ਸੰਘਰਸ਼ ਹੈ ਇਹ ਕੋਈ ਨੈਸ਼ਨਲ ਲੈਵਲ ਦਾ ਸੰਘਰਸ਼ ਨਹੀਂ ਹੈ ਇਕੱਲਾ। ਇਸ ਵੇਲੇ ਇੰਟਰਨੈਸ਼ਨਲ ਲੈਵਲ ਦਾ ਮਤਲਬ ਮੈਨੂੰ ਲੱਗਦਾ ਕਿ ਇਹ ਕੋਈ ਨੈਸ਼ਨਲ ਲੈਵਲ ਦਾ ਸੰਘਰਸ਼ ਨਹੀਂ ਹੈ ਇਕੱਲਾ। ਇਸ ਵੇਲੇ ਇੰਟਰਨੈਸ਼ਨਲ ਲੈਵਲ ਦਾ ਮਤਲਬ ਮੈਨੂੰ ਲੱਗਦਾ ਕਿ ਪਿਛਲੇ 75 ਸਾਲਾਂ ਦੀ ਜਿਹੜੀ ਆਜ਼ਾਦੀ ਦਾ ਇਤਿਹਾਸ ਰਿਹਾ ਉਹਦੇ ਵਿੱਚ ਇੱਕ ਸਭ ਤੋਂ ਮਹੱਤਵਪੂਰਨ ਇਹ ਸੰਘਰਸ਼ ਬਣਦਾ ਹੈ। ਸਗੋਂ ਡਿਮਾਂਡ ਤਾਂ ਸਾਨੂੰ ਇਹ ਕਰਨੀ ਚਾਹੀਦੀ ਹੈ ਕਿ MSP ਸਿਰਫ ਪੰਜਾਬ, ਹਰਿਆਣਾ ਜਾਂ ਹੋਰ ਥੋੜ੍ਹੇ ਲੋਕਾਂ ਲਈ ਨਹੀਂ ਹੋਵੇ, ਸਗੋਂ ਪੂਰੇ ਦੇ ਪੂਰੀ ਜਿੰਨੇ ਵੀ ਭਾਰਤ ਦੇ ਵਿੱਚ ਰਹਿ ਰਹੇ ਕਿਸਾਨ ਨੇ ਉਹਨਾਂ ਦੀ ਵੀ MSP ਜਿਹੜੀ ਹੈਗੀ ਆ ਹੋਣੀ ਚਾਹੀਦੀ ਹੈ। ਸਰਕਾਰ ਮੰਨ ਚੁੱਕੀ ਹੈ ਕਿ ਅਸੀਂ ਸੌਦਾ ਕਰਦੇ ਹਾਂ ਕਾਨੂੰਨ ਦੇ ਵਿੱਚ ਵੀ ਗਲਤ ਨੇ, ਤਾਂ ਫਿਰ ਸਰਕਾਰ ਜੇਕਰ ਮੰਨ ਚੁੱਕੀ ਹੈ ਕਾਨੂੰਨ ਗਲਤ ਨੇ ਤਾਂ ਫਿਰ ਰੱਦ ਕਿਉਂ ਨਹੀਂ ਕਰ ਰਹੇ? ਇਹ ਤਾਂ ਸਿਆਸੀ ਜ਼ੋਰ ਜ਼ਬਰਦਸਤੀ ਹੋ ਗਈ। ਮੈਨੂੰ ਇਹ ਲੱਗਦਾ ਕਿ ਇਹਨੂੰ ਮੁੱਛ ਦਾ ਸਵਾਲ ਬਣਾ ਕੇ, ਇਹਨੂੰ ਇੱਜ਼ਤ ਦਾ ਸਵਾਲ ਬਣਾ ਕੇ ਸਰਕਾਰ ਨੂੰ ਅੜਨਾ ਨਹੀਂ ਚਾਹੀਦਾ। ਲੋਕਾਂ ਦੀ ਆਵਾਜ਼, ਕਿਉਂਕਿ ਲੋਕਤੰਤਰ ਹੈ ਔਰ ਲੋਕਾਂ ਦਾ ਤੰਤਰ ਹੈ, ਲੋਕਾਂ ਦਾ ਰਾਜ ਹੈ, ਇਸ ਕਰਕੇ ਲੋਕਾਂ ਦੀ ਜਿਹੜੀ ਆਵਾਜ਼ ਹੈ ਉਹ ਸੁਣ ਕੇ ਮੋਦੀ ਸਰਕਾਰ ਨੂੰ ਇਹ ਕਾਨੂੰਨ ਜਿਹੜੇ ਨੇ ਵਾਪਸ ਲੈਣ ਦੇ ਵਿੱਚ ਢਿੱਲ ਨਹੀਂ ਕਰਨੀ ਚਾਹੀਦੀ। ਜੇ ਮੈਂ ਇਹੀ ਕਹਿਣਾ ਚਾਹੁੰਦਾ ਕਿ ਜੇ ਇਹ ਸੰਘਰਸ਼ ਲਗਾਤਾਰ ਵੱਧਦਾ ਗਿਆ ਤਾਂ BJP ਜਿਹੜੀ ਦੀ ਸੱਤਾ ਹੈ ਉਹਦੇ ਲਈ ਵੀ ਖਤਰਾ ਖੜਾ ਹੋ ਸਕਦਾ ਹੈ। ਸਤਿ ਸ਼੍ਰੀ ਅਕਾਲ ਦਰਸ਼ਕੋ, ਪੰਜਾਬੀ ਡਾਕ TV ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਖੇਤੀ ਕਾਨੂੰਨਾਂ ਲੈ ਕੇ ਲੜਾਈ ਪੀਕ ਦੇ ਉੱਤੇ ਹੈ। ਜਿੱਥੇ ਪਹਿਲਾਂ ਇਹ ਲੜਾਈ ਪੰਜਾਬ ਤੇ ਹਰਿਆਣਾ ਦੀ ਸੀ, ਹੁਣ ਇਹ ਲੜਾਈ ਦੇਸ਼ ਵਿਆਪੀ ਲੜਾਈ ਬਣ ਚੁੱਕੀ ਹੈ। ਕੇਂਦਰ ਦੀ ਸਰਕਾਰ ਜੋ ਪਹਿਲਾਂ ਕਿਸਾਨਾਂ ਨਾਲ ਗੱਲਬਾਤ ਵੀ ਨਹੀਂ ਕਰਨਾ ਚਾਹੁੰਦੀ ਸੀ, ਜਦੋਂ ਪਹਿਲੀ ਮੀਟਿੰਗ ਰੱਖੀ ਗਈ ਸੀ ਖੇਤੀ ਸਕੱਤਰ ਸੰਜੇ ਅਗਰਵਾਲ ਕਿਸਾਨਾਂ ਵੱਲੋਂ ਭੇਜਿਆ ਗਿਆ ਸੀ, ਕਿਸਾਨਾਂ ਨਾਲ ਗੱਲ ਨਹੀਂ ਸੀ ਕਰਨਾ ਚਾਹੁੰਦੇ। ਉਸ ਤੋਂ ਬਾਅਦ ਲਗਾਤਾਰ ਕਿਸਾਨਾਂ ਨੇ ਆਪਣਾ ਸੰਘਰਸ਼ ਤੇਜ਼ ਕੀਤਾ, ਸਰਕਾਰ ਨੂੰ ਅਹਿਸਾਸ ਕਰਾਇਆ ਕਿ ਅਸੀਂ ਜੇਕਰ 70% ਆ ਤਾਂ ਅਸੀਂ ਸੱਤਾ ਤਬਦੀਲੀ ਦੀ ਵੀ ਜ਼ਰੂਰਤ ਰੱਖਦੇ ਹਾਂ। ਲਗਾਤਾਰ ਅਸੀਂ ਆਪਣੇ ਚੈਨਲ ਪੰਜਾਬੀ ਡਾਕ ਜਰੀਏ ਤੁਹਾਨੂੰ ਦਿਖਾ ਰਹੇ ਹਾਂ ਕਿ ਅਗਲੀ ਮੂਵਮੈਂਟ ਕੀ ਹੈ, ਕਿਸਾਨ ਅਗਲੀ ਰਣਨੀਤੀ ਕੀ ਬਣਾ ਸਕਦੇ ਨੇ, ਕਿਉਂਕਿ 5 ਮੀਟਿੰਗਾਂ ਬੇਸਿੱਟਾਂ ਰਹਿ ਚੁੱਕੀਆਂ ਨੇ। ਕਿਸਾਨਾਂ ਵੱਲੋਂ ਤਾਂ ਇੱਕੋ ਮੰਗ ਕੀਤੀ ਜਾ ਰਹੀ ਹੈ ਕਿ ਜੋ ਖੇਤੀ ਕਾਨੂੰਨ ਕੇਂਦਰ ਦੀ ਸਰਕਾਰ ਨੇ ਪਾਸ ਕੀਤੇ ਨੇ, ਕੇਂਦਰ ਦੀ BJP ਹਕੂਮਤ ਨੇ ਪਾਸ ਕੀਤੇ ਨੇ, ਉਹ ਰੱਦ ਕੀਤੇ ਜਾਣ। ਦੂਜੇ ਪਾਸੇ ਸਰਕਾਰ ਦਾ ਕਹਿਣਾ ਹੈ ਕਿ ਅਸੀਂ ਸੋਧ ਕਰ ਸਕਦੇ ਹਾਂ, ਰੱਦ ਨਹੀਂ ਕਰ ਸਕਦੇ। ਇਸੇ ਵਿਸ਼ੇ ਉੱਤੇ ਪਹਿਲਾਂ ਆਪਾਂ ਗੱਲਬਾਤ ਕਰੀ ਸੀ ਪੰਜਾਬੀ ਯੂਨੀਵਰਸਿਟੀ ਦੇ ਪ੍ਰੋਫੈਸਰ ਡਾਕਟਰ ਭੀਮਿੰਦਰ ਜੀ ਨਾਲ, ਅਤੇ ਬੜੇ ਹੀ ਉਹ ਮਹੱਤਵਪੂਰਨ ਗੱਲਬਾਤ ਸੀ, ਬੜੇ ਅੰਕੜੇ ਸੀ, ਬੜੇ ਤੱਥ ਸੀ ਉਸ ਗੱਲਬਾਤ ਦੇ ਵਿੱਚ। ਤੁਹਾਡੇ ਦੁਆਰਾ ਬੜਾ ਪਸੰਦ ਕੀਤਾ ਗਿਆ ਸੀ। ਅੱਜ ਸਾਡੇ ਨਾਲ ਨੇ ਪ੍ਰੋਫੈਸਰ ਸਾਹਿਬ ਦਾ ਸਵਾਗਤ ਕਰਦੇ ਹਾਂ। ਪ੍ਰੋਫੈਸਰ ਸਾਹਿਬ, ਤੁਹਾਡਾ ਸਵਾਗਤ ਹੈ ਚੈਨਲ ਪੰਜਾਬੀ ਡਾਕ 'ਤੇ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ। ਪ੍ਰੋਫੈਸਰ ਸਾਹਿਬ, ਅਸਲ ਦੇ ਵਿੱਚ ਜੇਕਰ ਕੇਂਦਰ ਦੀ BJP ਸਰਕਾਰ ਰੱਦ ਕਰਦੀ ਹੈ ਨਾ ਕਾਨੂੰਨਾਂ ਨੂੰ, ਤਾਂ ਆਪਣਾ ਨੁਕਸਾਨ ਕੀ ਹੈ ਕੇਂਦਰ ਸਰਕਾਰ ਨੂੰ? ਉਹ ਰੱਦ ਕਿਉਂ ਨਹੀਂ ਕਰ ਰਹੀ? ਦੇਖੋ, ਜਦੋਂ ਤੱਕ ਆਪਾਂ ਇਸ ਸਾਰੇ ਸੰਘਰਸ਼ ਨੂੰ ਨਹੀਂ ਸਮਝਾਂਗੇ ਉਦੋਂ ਅਸੀਂ BJP ਦੀ ਜਾਂ ਖ਼ਾਸ ਤੌਰ 'ਤੇ ਜਿਹੜੀ ਮੋਦੀ ਸਰਕਾਰ ਹੈ ਉਹਦੀ ਜਿਹੜੀ ਸਾਈਕੀ ਹੈ ਉਹਨੂੰ ਅਸੀਂ ਸਮਝ ਨਹੀਂ ਪਾਵਾਂਗੇ। ਮੈਂ ਇਹ ਕਹਿਣਾ ਚਾਹੁੰਦਾ ਕਿ ਇਹ ਜਿਹੜਾ ਸੰਘਰਸ਼ ਹੈ ਇਸ ਵੇਲੇ ਪੂਰੇ ਸਿਖਰ ਵੱਲ ਵੱਧ ਰਿਹਾ ਔਰ ਸਿਖਰ ਵੱਲ ਵਧਣ ਦਾ ਜਿਹੜਾ ਨਤੀਜਾ ਇਹ ਨਿਕਲੇਗਾ ਕਿ ਅਖੀਰ ਨੂੰ ਸਰਕਾਰ ਨੂੰ ਝੁਕਣਾ ਪਏਗਾ ਔਰ ਮੋਦੀ ਸਰਕਾਰ ਨੂੰ ਆਪਣੇ ਜਿਹੜੇ ਇਹ ਕਾਲੇ ਕਾਨੂੰਨ ਥੋਪੇ ਗਏ ਸੀਗੇ ਔਰ ਬਿਨਾਂ ਕਿਸੇ ਲੋਕਤੰਤਰੀ ਢੰਗ ਤਰੀਕੇ ਵਰਤੇ ਜਿਹੜਾ ਹੈਗਾ ਉਹਨਾਂ ਨੇ ਇਹਨਾਂ ਕਾਨੂੰਨਾਂ ਨੂੰ ਪਾਸ ਕੀਤਾ ਸੀਗਾ। ਔਰ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਮੋਦੀ ਸਰਕਾਰ ਨੂੰ ਇਹ ਲੱਗਦਾ ਹੈ ਕਿ ਹੁਣ ਮੇਰੀ ਇਹ ਮੁੱਛ ਦਾ ਸਵਾਲ ਬਣਿਆ ਹੋਇਆ ਹੈ। ਉਹਨਾਂ ਨੂੰ ਇਹ ਲੱਗਦਾ ਹੈ ਕਿ ਜੇ ਅਸੀਂ ਕਿਸਾਨਾਂ ਦੇ ਜਿਹੜੇ ਇਹ ਕਾਨੂੰਨ ਨੇ ਇਹ ਅਸੀਂ ਵਾਪਸ ਲਵਾਂਗੇ ਤਾਂ ਜਿਹੜੇ ਬਾਕੀ ਕਾਨੂੰਨ ਉਹਨਾਂ ਨੇ ਲਾਗੂ ਕੀਤੇ ਹੈ, ਬਾਕੀ ਜਿਹੜੇ ਨੇ ਬਹੁਤ ਖਤਰਨਾਕ ਕਾਨੂੰਨ ਹੋਰ ਵੀ ਨੇ
NRC ਦਾ ਮਸਲਾ ਹੈ, ਹੋਰ ਬੜੇ ਜਿਹੜੇ ਨੇ ਖਾਸ ਤੌਰ ਤੇ ਮਜ਼ਦੂਰਾਂ ਦੇ ਵਿਰੋਧ ਦੇ ਵਿੱਚ ਜਿਹੜੇ ਕਾਨੂੰਨ ਲਿਆਂਦੇ ਗਏ ਉੱਦਾਂ ਦੇ ਕਾਨੂੰਨ ਨੇ, ਤਾਂ ਉਹਨਾਂ ਨੂੰ ਲੱਗਦਾ ਹੈ ਕਿ ਇਹ ਲੋਕ ਵੀ ਜਿਹੜੇ ਨੇ ਹੌਲੀ ਹੌਲੀ ਸੰਘਰਸ਼ ਦੇ ਰਾਹ ਪੈ ਜਾਣਗੇ ਤਾਂ ਇਦਾਂ ਜਿਹੜਾ ਹੈਗਾ ਸਾਡੀ ਇਹਦੇ ਨਾਲ ਬੜੀ ਹੇਠੀ ਹੋਏਗੀ, ਸਾਨੂੰ ਬਹੁਤ ਨੁਕਸਾਨ ਜਿਹੜਾ ਹੈਗਾ ਉਹ ਹੋ ਜਾਏਗਾ। ਮੈਨੂੰ ਨਹੀਂ ਲੱਗਦਾ ਕਿ ਜੇ ਜਿਵੇਂ ਤੁਸੀਂ ਕਿਹਾ ਕਿ ਉਹਨਾਂ ਨੂੰ ਕੋਈ ਨੁਕਸਾਨ, ਅੱਜ ਜੇ ਮੋਦੀ ਸਰਕਾਰ ਇਹ ਕਾਲੇ ਕਾਨੂੰਨ ਵਾਪਸ ਲੈਂਦੀ ਹੈ ਤਾਂ ਉਹਨਾਂ ਦਾ ਜਿਹੜਾ ਹੈਗਾ ਇੱਜ਼ਤ ਮਾਣ ਪਹਿਲਾਂ ਵਾਂਗ ਬਰਕਰਾਰ ਹੋਏਗਾ ਔਰ ਲੋਕਾਂ ਦੇ ਵਿੱਚ ਉਹਨਾਂ ਦਾ ਵਿਸ਼ਵਾਸ ਬਣੇਗਾ ਔਰ ਲੋਕ ਵੀ ਉਹਨਾਂ ਨੂੰ ਪਸੰਦ ਕਰਨਗੇ। ਖਾਸ ਤੌਰ ਤੇ ਪੰਜਾਬ, ਹਰਿਆਣਾ, ਯੂਪੀ, ਬਿਹਾਰ, ਜਿਹੜਾ ਨਾਰਦਰਨ ਇੰਡੀਆ ਹੈ ਉਹ ਸਾਰਾ ਉਹਨਾਂ ਵੱਲ ਝੁਕ ਜਾਏਗਾ। ਸੋ ਸਾਨੂੰ ਇਹੀ ਉਮੀਦ ਕਰਨੀ ਚਾਹੀਦੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਮੋਦੀ ਸਰਕਾਰ ਨੂੰ ਇਹ ਕਾਲੇ ਕਾਨੂੰਨ ਵਾਪਸ ਲੈਣੇ ਚਾਹੀਦੇ ਨੇ ਔਰ ਆਪਣੀ ਜਿਹੜੀ ਉਹਨਾਂ ਦੀ ਜਿਹੜੀ ਇੱਜ਼ਤ ਉਹਨਾਂ ਨੇ ਬਣਾਈ ਹੋਈ ਹੈ ਉਹਨੂੰ ਪਿੱਛੇ ਰੱਖ ਕੇ ਲੋਕਾਂ ਦਾ ਜਿਹੜੇ ਇਹਦੇ ਵਿੱਚ ਹਿੱਤ ਨੇ ਉਹਨਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਹਨਾਂ ਨੂੰ ਵਾਪਸ ਲੈਣਾ ਚਾਹੀਦਾ ਹੈ। ਸੋ ਇਹੀ ਸਾਨੂੰ ਉਮੀਦ ਕਰਨੀ ਚਾਹੀਦੀ ਹੈ। ਪ੍ਰੋਫੈਸਰ ਸਾਹਿਬ, ਜੋ ਇਹ 5 ਮੀਟਿੰਗਾਂ ਹੋ ਚੁੱਕੀਆਂ ਨੇ ਕਿਸਾਨਾਂ ਦੀ ਕੇਂਦਰ ਦੇ ਨਾਲ, ਜੋ ਮੀਟਿੰਗਾਂ ਬੇਸਿੱਟਾ ਰਹੀਆਂ ਨੇ, ਹੁਣ ਕਿਸਾਨਾਂ ਨੇ ਅਗਲੀ ਰਣਨੀਤੀ ਤੈਅ ਕੀਤੀ, ਅਗਲੀ ਸਟ੍ਰੈਟਜੀ ਬਣਾਈਏ ਜੋ ਦੇਸ਼ ਵਿਆਪੀ ਪੱਧਰ ਤੇ ਹੈ। ਉਸ ਦਾ ਅਸਰ ਕਿੰਨਾ ਕੁ, ਉਸ ਦਾ ਦਬਾਅ ਕਿੰਨਾ ਕੁ ਕੇਂਦਰ ਦੀ ਹਕੂਮਤ ਤੇ ਜਾਊਗਾ? ਦੇਖੋ, ਇਹ ਮੈਨੂੰ ਲੱਗਦਾ ਹੈ ਕਿ ਇਹ ਜਿਹੜਾ ਸੰਘਰਸ਼ ਹੈ ਇਹ ਕੋਈ ਨੈਸ਼ਨਲ ਲੈਵਲ ਦਾ ਸੰਘਰਸ਼ ਨਹੀਂ ਹੈ ਇਕੱਲਾ। ਇਸ ਵੇਲੇ ਇੰਟਰਨੈਸ਼ਨਲ ਲੈਵਲ ਦਾ ਮਤਲਬ ਮੈਨੂੰ ਲੱਗਦਾ ਕਿ ਪਿਛਲੇ 75 ਸਾਲਾਂ ਦੀ ਜਿਹੜੀ ਆਜ਼ਾਦੀ ਦਾ ਇਤਿਹਾਸ ਰਿਹਾ ਹੈ ਉਹਦੇ ਵਿੱਚ ਇੱਕ ਸਭ ਤੋਂ ਮਹੱਤਵਪੂਰਨ ਇਹ ਸੰਘਰਸ਼ ਬਣਦਾ ਹੈ। ਉਹਦੇ ਕਾਰਨ ਇਹ ਹੈ ਕਿ ਪੂਰੀ ਦੁਨੀਆ ਦੇ ਵਿੱਚ ਜਿਹੜੇ ਆਮ ਲੋਕ ਨੇ, ਚਾਹੇ ਉਹ ਕਿਸਾਨੀ ਹੈ ਚਾਹੇ ਹੋਰ ਲੋਕ ਨੇ, ਉਹਨਾਂ ਨੇ ਇਸ ਸੰਘਰਸ਼ ਤੋਂ ਬਹੁਤ ਕੁਝ ਸਿੱਖਿਆ ਹੈ ਔਰ ਪ੍ਰੇਰਨਾ ਲਈ ਹੈ। ਪੂਰੀ ਦੁਨੀਆ ਦਾ ਇਹ ਸੰਘਰਸ਼ ਬਣ ਚੁੱਕਿਆ ਹੈ। ਸੋ ਇਸ ਕਰਕੇ ਇਹ ਸੰਘਰਸ਼ ਜਿਹੜਾ ਹੈਗਾ ਇੱਕ ਨਵੀਆਂ ਪੈੜਾਂ ਸਿਰਜ ਰਿਹਾ, ਨਵੇਂ ਹਾਲਾਤ ਪੈਦਾ ਹੋ ਰਹੇ ਨੇ ਔਰ ਇੱਕ ਬਹੁਤ ਪੋਜ਼ਿਟਿਵ ਗੱਲ ਜਿਹੜੀ ਇਹ ਹੋ ਰਹੀ ਹੈ ਕਿ ਲੋਕਾਂ ਦੇ ਵਿੱਚ ਆਪਸੀ ਭਾਈਚਾਰਾ ਵੱਧ ਰਿਹਾ ਹੈ, ਕਿਸਾਨਾਂ ਦਾ ਜਿਹੜਾ ਆਪਸੀ ਤਾਲਮੇਲ ਉਹ ਵੱਧ ਰਿਹਾ ਹੈ। ਇਹਦੇ ਕਰਕੇ ਜਿਹੜਾ ਹੈਗਾ ਕਿਸਾਨਾਂ ਦਾ ਜਿਹੜਾ ਪ੍ਰੈਸ਼ਰ ਹੈ ਔਰ ਉਹ ਲਗਾਤਾਰ ਸਰਕਾਰ 'ਤੇ ਵੱਧ ਰਿਹਾ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜਾ ਸੰਘਰਸ਼ ਹੋਏਗਾ ਇਹ ਨਵੀਆਂ ਪੈੜਾਂ ਸਿਰਜੇਗਾ ਔਰ ਆਪਣੇ ਆਪ ਦੇ ਵਿੱਚ ਇਹ ਇੱਕ ਨਿਵੇਕਲਾ ਇਤਿਹਾਸ ਹੋਏਗਾ ਔਰ ਹਿੰਦੁਸਤਾਨ ਦਾ ਇਤਿਹਾਸ ਨੂੰ ਬਦਲਣ ਦੇ ਵਿੱਚ ਇਹਦੀ ਇੱਕ ਬਹੁਤ ਵੱਡੀ ਭੂਮਿਕਾ ਹੋਏਗੀ ਇਸ ਸੰਘਰਸ਼ ਦੀ। ਕਿਸਾਨਾਂ ਦੀ ਇੱਕੋ ਮੰਗ ਹੈ ਕਿ ਜੋ ਖੇਤੀ ਕਾਨੂੰਨ ਨੇ, ਇਹ ਖੇਤੀ ਕਾਨੂੰਨ ਮੁੱਢ ਤੋਂ ਰੱਦ ਕੀਤੇ ਜਾਣ। ਕੇਂਦਰ ਸਰਕਾਰ ਪਹਿਲਾਂ ਗੱਲਬਾਤ ਵੀ ਨਹੀਂ ਕਰਨਾ ਚਾਹੁੰਦੀ ਸੀ, ਉਹਨਾਂ ਨੇ ਖੇਤੀ ਸਕੱਤਰ ਭੇਜਿਆ ਸੀ ਸੰਜੇ ਅਗਰਵਾਲ ਕਿ ਉਹਨਾਂ ਨਾਲ ਗੱਲ ਕਰ ਲਓ, ਤੇ ਹੁਣ ਸੋਧਾਂ ਤੇ ਆ ਗਈ ਕਿ ਯਾਰ ਨਹੀਂ ਸੋਧ ਕਰ ਦਿੰਦੇ ਆ। ਇਹਨੂੰ ਤੁਸੀਂ ਕਿਵੇਂ ਦੇਖਦੇ ਹੋ? ਮੈਂ ਇਹ ਕਹਿਣਾ ਚਾਹੁੰਦਾ ਕਿ ਜੇ ਸਰਕਾਰ ਇਹ ਕਹਿੰਦੀ ਹੈ ਕਿ ਇਹਦੇ ਵਿੱਚ ਸੋਧਾਂ ਕਰਨ ਦੀ ਲੋੜ ਹੈ, ਜੇ ਉਹ ਇਹ ਮਹਿਸੂਸ ਕਰ ਰਹੀ ਹੈ ਤਾਂ ਉਹਨੂੰ ਰੱਦ ਕਰਨ ਦੇ ਵਿੱਚ ਕੀ ਹਰਜ ਹੈ? ਜੇ ਇਹਦਾ ਮਤਲਬ ਹੈ ਕਿ ਇਹਦੇ ਵਿੱਚ ਕੋਈ ਨਾ ਕੋਈ ਕਮੀਆਂ ਨੇ, ਜੇ ਉਹ ਇਹਦਾ ਮਤਲਬ ਜੇ ਸੋਧ ਲਈ ਮੰਨ ਰਹੀ ਹੈ ਤਾਂ ਇਹਦਾ ਮਤਲਬ ਉਹ ਇਹ ਵੀ ਮੰਨ ਰਹੀ ਹੈ ਕਿ ਇਹਨਾਂ ਕਾਨੂੰਨਾਂ ਦੇ ਵਿੱਚ ਬਹੁਤ ਵੱਡੀਆਂ ਖਾਮੀਆਂ ਨੇ। ਸੋ ਜੇ ਖਾਮੀਆਂ ਨੇ ਤਾਂ ਇਹਨਾਂ ਕਾਨੂੰਨਾਂ ਨੂੰ ਰੱਦ ਕੀਤਾ ਜਾਣਾ ਚਾਹੀਦਾ ਹੈ। ਸੋ ਮੈਂ ਇਹ ਕਹਿਣਾ ਚਾਹੁੰਦਾ ਵੀ ਕਿਸਾਨ ਜਥੇਬੰਦੀਆਂ ਜਿਹੜੀਆਂ ਲਗਾਤਾਰ ਬੇਨਤੀ ਕਰ ਰਹੀਆਂ ਨੇ ਸਰਕਾਰ ਨੂੰ ਕਿ ਇਹ ਕਾਨੂੰਨ ਰੱਦ ਹੋਣੇ ਚਾਹੀਦੇ ਨੇ। ਇਸ ਕਰਕੇ ਇਹ ਕਾਨੂੰਨ ਵਾਕਈ ਤੌਰ 'ਤੇ ਇਹਦੇ ਵਿੱਚ ਬਹੁਤ ਸਾਰੀਆਂ ਕਮੀਆਂ ਨੇ, ਬਹੁਤ ਕਮਜ਼ੋਰੀਆਂ ਨੇ, ਬਹੁਤ ਇਹ ਲੋਕਾਂ ਲਈ ਇੱਕ ਮਤਲਬ ਖਤਰਾ ਨੇ ਔਰ ਵਿਸ਼ੇਸ਼ ਤੌਰ 'ਤੇ ਕਿਸਾਨਾਂ ਦੇ ਲਈ। ਜੇ ਇਹ ਸਾਰੀਆਂ ਚੀਜ਼ਾਂ ਹੈਗੀਆਂ ਨੇ ਤਾਂ ਕਿਸਾਨ ਜਿਹੜਾ ਹੈਗਾ ਕਿਸਾਨਾਂ ਦੀਆਂ ਮੰਗਾਂ ਨੂੰ ਮੰਨਦੇ ਹੋਏ ਸਰਕਾਰ ਨੂੰ ਇਹਨਾਂ ਨੂੰ ਬਜਾਏ ਇਹਨੂੰ ਸੋਧਾਂ ਦੇ ਇਹਨੂੰ ਬਿਲਕੁਲ ਪੂਰਨ ਤੌਰ 'ਤੇ ਇਹ ਰੱਦ ਹੋਣੇ ਚਾਹੀਦੇ ਨੇ ਔਰ ਉਹਦੀ ਜਗ੍ਹਾ ਲੋਕਾਂ ਦੇ ਪੱਖ ਦੇ ਵਿੱਚ ਮੈਂ ਇਹ ਕਹਿਣਾ MSP ਜਿਹੜੀ ਇਹਦੇ ਬਾਰੇ ਮੈਂ ਜ਼ਰੂਰ ਇੱਥੇ ਸਾਰਿਆਂ ਨਾਲ ਆਪਣੇ ਦਰਸ਼ਕਾਂ ਨਾਲ ਗੱਲ ਸਾਂਝੀ ਕਰਨਾ ਚਾਹਾਂਗਾ ਕਿ ਇਸ ਵੇਲੇ ਸਿਰਫ 8% ਲੋਕਾਂ ਨੂੰ MSP ਮਿਲ ਰਹੀ ਹੈ। ਮੈਂ ਇਹ ਕਹਿਣਾ ਚਾਹੁੰਦਾ ਕਿ ਪੂਰੇ ਭਾਰਤ ਦੇ ਵਿੱਚ ਕਿਉਂਕਿ ਬਹੁਤ ਸਾਰੇ ਜਿਹੜੇ ਸਾਡੇ ਗਰੀਬ ਕਿਸਾਨ ਨੇ, ਛੋਟੀਆਂ ਜਿਹੜੀਆਂ ਨੇ ਛੋਟਾ ਕਿਸਾਨ ਹੈ, ਮਧਲਾ ਕਿਸਾਨ ਹੈ, ਉਹਨਾਂ ਦੇ ਲਈ ਵੀ MSP ਜਿਹੜੀ ਹੈਗੀ ਆ ਲਾਜ਼ਮੀ ਹੋਣੀ ਚਾਹੀਦੀ ਹੈ। ਸਗੋਂ ਡਿਮਾਂਡ ਤਾਂ ਸਾਨੂੰ ਇਹ ਕਰਨੀ ਚਾਹੀਦੀ ਹੈ ਕਿ MSP ਸਿਰਫ ਪੰਜਾਬ, ਹਰਿਆਣਾ ਜਾਂ ਹੋਰ ਥੋੜ੍ਹੇ ਲੋਕਾਂ ਲਈ ਨਹੀਂ ਹੋਵੇ, ਸਗੋਂ ਪੂਰੀ ਜਿਹੜੇ ਵੀ ਭਾਰਤ ਦੇ ਵਿੱਚ ਰਹਿ ਰਹੇ ਕਿਸਾਨ ਨੇ ਉਹਨਾਂ ਦੀ ਵੀ MSP ਜਿਹੜੀ ਹੈਗੀ ਆ ਹੋਣੀ ਚਾਹੀਦੀ ਹੈ। ਇਹਦੇ ਲਈ ਵੀ ਸਗੋਂ ਨਵੇਂ ਕਾਨੂੰਨ ਆਉਣੇ ਚਾਹੀਦੇ ਨੇ। ਤੁਸੀਂ ਕਿਹਾ ਕਿ ਸਰਕਾਰ ਮੰਨ ਚੁੱਕੀ ਹੈ ਕਿ ਅਸੀਂ ਸੌਦਾ ਕਰਦੇ ਹਾਂ ਕਾਨੂੰਨ ਦੇ ਵਿੱਚ ਇਹ ਗਲਤ ਨੇ, ਤਾਂ ਫਿਰ ਸਰਕਾਰ ਜੇਕਰ ਮੰਨ ਚੁੱਕੀ ਹੈ ਕਾਨੂੰਨ ਗਲਤ ਨੇ ਤਾਂ ਫਿਰ ਰੱਦ ਕਿਉਂ ਨਹੀਂ ਕਰ ਰਹੇ? ਇਹ ਤਾਂ ਸਿਆਸੀ ਜ਼ੋਰ ਜ਼ਬਰਦਸਤੀ ਹੋ ਗਈ। ਮੈਂ ਇਹੀ ਕਹਿਣਾ ਚਾਹੁੰਦਾ ਕਿ ਦੇਖੋ, ਭਾਰਤੀ ਲੋਕਤੰਤਰ ਦੇ ਵਿੱਚ ਜਿਹੜਾ ਲੋਕਾਂ ਦੀ ਆਵਾਜ਼ ਹੈ
ਉਹ ਸੁਣਨੀ ਜ਼ਿਆਦਾ ਇੰਪੋਰਟੈਂਟ ਹੈ। ਲੋਕਾਂ ਦੀ ਆਵਾਜ਼ ਇਹ ਕਹਿੰਦੀ ਹੈ ਕਿ ਇਹ ਕਾਨੂੰਨ ਗਲਤ ਬਣਾਏ ਗਏ ਨੇ, ਔਰ ਸਰਕਾਰ ਵੀ ਇਹ ਆਪ ਮੰਨ ਰਹੀ ਹੈ ਕਿ ਇਹ ਕਾਨੂੰਨ ਗਲਤ ਸੀਗੇ ਔਰ ਇਸ ਕਰਕੇ ਉਹ ਸੋਧਾਂ ਕਰਨੀਆਂ ਚਾਹੁੰਦੀ ਹੈ। ਮੈਨੂੰ ਇਹ ਲੱਗਦਾ ਹੈ ਕਿ ਇਹਨੂੰ ਮੁੱਛ ਦਾ ਸਵਾਲ ਬਣਾ ਕੇ, ਇਹਨੂੰ ਇੱਜ਼ਤ ਦਾ ਸਵਾਲ ਬਣਾ ਕੇ ਸਰਕਾਰ ਨੂੰ ਅੜਨਾ ਨਹੀਂ ਚਾਹੀਦਾ। ਔਰ ਮੋਦੀ ਸਾਹਿਬ ਨੂੰ, ਸਾਡੇ ਪ੍ਰਧਾਨ ਮੰਤਰੀ ਸਾਹਿਬ ਨੂੰ ਇਹ ਜਿਹੜਾ ਹੈਗਾ ਸੰਵਾਦ ਦੇ ਜ਼ਰੀਏ, ਉਹਨਾਂ ਨੇ ਕਿਹਾ ਕਿ ਸੰਵਾਦ ਹੋਣਾ ਚਾਹੀਦਾ। ਮੈਂ ਇਸ ਗੱਲ ਨੂੰ, ਕਿਉਂਕਿ ਗੁਰੂ ਨਾਨਕ ਸਾਹਿਬ ਨੇ ਵੀ ਕਿਹਾ ਕਿ ਜਬ ਲਗ ਦੁਨੀਆ ਰਹੀ ਹੈ ਨਾਨਕ ਕਿਛ ਸੁਣੀਆਂ ਕਿਛ ਕਹੀ ਹੈ। ਸੋ ਸੰਵਾਦ ਜਿਹੜਾ ਹੈਗਾ ਉਹ ਹੋਣਾ ਚਾਹੀਦਾ ਔਰ ਸੰਵਾਦ ਦੇ ਰਾਹੀਂ ਇਹ ਕਾਨੂੰਨ ਜਿਹੜੇ ਨੇ, ਕਿਉਂਕਿ ਆਪਾਂ ਨੂੰ ਪਤਾ ਹੈ ਕਿ ਕਿਸਾਨ ਲਗਾਤਾਰ ਇਹ ਲੌਜਿਕ ਦੇ ਰਹੇ ਨੇ, ਬੁੱਧੀਜੀਵੀ ਲੌਜਿਕ ਦੇ ਰਹੇ ਨੇ, ਹੋਰ ਬਹੁਤ ਸਾਰੇ ਲੋਕ ਜਿਹੜੇ ਨੇ ਇਹ ਤਰਕ ਦੇ ਰਹੇ ਨੇ ਕਿ ਇਹ ਕਾਨੂੰਨ ਗਲਤ ਬਣਾਏ ਗਏ ਨੇ। ਔਰ ਇਸ ਕਰਕੇ ਲੋਕਾਂ ਦੀ ਆਵਾਜ਼, ਕਿਉਂਕਿ ਲੋਕਤੰਤਰ ਹੈ ਔਰ ਲੋਕਾਂ ਦਾ ਤੰਤਰ ਹੈ, ਲੋਕਾਂ ਦਾ ਰਾਜ ਹੈ, ਇਸ ਕਰਕੇ ਲੋਕਾਂ ਦੀ ਜਿਹੜੀ ਆਵਾਜ਼ ਹੈ ਉਹ ਸੁਣ ਕੇ ਮੋਦੀ ਸਰਕਾਰ ਨੂੰ ਇਹ ਕਾਨੂੰਨ ਜਿਹੜੇ ਨੇ ਵਾਪਸ ਲੈਣ ਦੇ ਵਿੱਚ ਢਿੱਲ ਨਹੀਂ ਕਰਨੀ ਚਾਹੀਦੀ ਜੀ। ਅੱਗੇ ਸਿੱਟਾ ਕੀ ਨਿਕਲ ਸਕਦਾ, ਕਿਉਂਕਿ ਗੱਲਬਾਤ ਤਾਂ ਇੱਕ ਕਿਸਮ ਦੀ ਟੁੱਟ ਚੁੱਕੀ ਹੈ ਕਿਸਾਨਾਂ ਤੇ ਸਰਕਾਰ ਦੇ ਵਿੱਚ। ਕਿਸਾਨਾਂ ਨੇ ਅਗਲਾ ਪ੍ਰੋਗਰਾਮ ਦੇ ਦਿੱਤਾ, ਤਾਂ ਫਿਰ ਤੁਸੀਂ ਅੱਗੇ ਗੱਲਬਾਤ ਨੂੰ ਕਿਵੇਂ ਦੇਖਦੇ ਹੋ? ਮੈਂ ਇਹ ਦੇਖਦਾ ਕਿ ਜਿਉਂ-ਜਿਉਂ ਇਹ ਸੰਘਰਸ਼ ਆਪਣੀ ਸਿਖਰ ਵੱਲ ਵਧੇਗਾ, ਤਿਉਂ-ਤਿਉਂ ਬੀਜੇਪੀ ਦਾ ਨੁਕਸਾਨ ਹੋਣ ਦੀਆਂ ਬਹੁਤ ਸਾਰੀਆਂ ਸੰਭਾਵਨਾਵਾਂ ਨੇ। ਅਸੀਂ ਸਾਰੇ ਜਾਣਦੇ ਹਾਂ ਕਿ ਪਿਛਲੇ ਦਿਨਾਂ ਦੇ ਵਿੱਚ, ਚਾਹੇ ਉਹ ਹਰਿਆਣਾ ਹੋਵੇ ਜਾਂ ਪੰਜਾਬ ਹੋਵੇ ਜਾਂ ਭਾਰਤ ਦੇ ਹੋਰ ਸੂਬੇ ਹੋਣ, ਬਹੁਤ ਸਾਰਾ ਨੁਕਸਾਨ ਬੀਜੇਪੀ ਨੂੰ ਸਹਿਣਾ ਪਿਆ ਹੈ। ਅਸੀਂ ਦੇਖ ਰਹੇ ਹਾਂ ਕਿ ਜੇਜੇਪੀ ਜਿਹੜਾ ਹਰਿਆਣੇ ਦੇ ਵਿੱਚ, ਉਹਦੇ ਉੱਤੇ ਬਹੁਤ ਵੱਡਾ ਪ੍ਰੈਸ਼ਰ ਹੈ ਇਸ ਵੇਲੇ। ਜੇ ਉਹਦੇ ਵਿੱਚੋਂ ਕੁਝ ਐਮਐਲਏ ਟੁੱਟਦੇ ਹੈ ਤਾਂ ਲਾਜ਼ਮੀ ਤੌਰ 'ਤੇ ਹਰਿਆਣਾ ਦੀ ਸਰਕਾਰ ਹੈ ਉਹ ਗਿਰ ਸਕਦੀ ਹੈ। ਇਸੇ ਤਰ੍ਹਾਂ ਤੁਸੀਂ ਦੇਖੋਗੇ ਪੰਜਾਬ ਦੇ ਵਿੱਚ ਲਗਭਗ 25-26 ਸਾਲ ਦਾ ਜੋ ਗੱਠਜੋੜ ਸੀਗਾ ਅਕਾਲੀ ਦਲ ਔਰ ਬੀਜੇਪੀ ਦਾ, ਉਹ ਟੁੱਟ ਗਿਆ, ਇਸ ਸੰਘਰਸ਼ ਨੇ ਉਹ ਤੋੜਿਆ। ਇਸੇ ਤਰ੍ਹਾਂ ਤੁਸੀਂ ਦੇਖੋਗੇ ਕਿ ਨੈਸ਼ਨਲ ਲੈਵਲ ਦੀ ਜਿਹੜੀ ਲੀਡਰਸ਼ਿਪ ਹੈ ਉਹ ਦੋ ਫਾੜ ਹੋ ਚੁੱਕੀ ਹੈ। ਉਹਨਾਂ ਦੇ ਵਿੱਚ ਵੱਖ-ਵੱਖ ਜਿਹੜੇ ਬਿਆਨ ਨੇ ਉਹਨਾਂ ਦੇ ਆ ਰਹੇ ਨੇ। ਸੋ ਇਹਦੇ ਵਿੱਚ ਮੈਂ ਇਹ ਕਹਿਣਾ ਚਾਹੁੰਦਾ ਕਿ ਜੇ ਕਾਨੂੰਨ ਨਹੀਂ ਰੱਦ ਕਰਦੀ ਤਾਂ ਬੀਜੇਪੀ ਨੂੰ ਨੁਕਸਾਨ ਜਿਹੜਾ ਹੈਗਾ ਉਹ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵੱਡਾ ਹੋਏਗਾ। ਔਰ ਇਸ ਨੁਕਸਾਨ ਨੂੰ ਬਚਾਉਣ ਦੇ ਲਈ ਉਹਨਾਂ ਨੂੰ ਲਾਜ਼ਮੀ ਤੌਰ 'ਤੇ ਇਹ ਜਿਹੜੇ ਕਾਨੂੰਨ ਨੇ ਇਹ ਰੱਦ ਕਰ ਦੇਣੇ ਚਾਹੀਦੇ ਔਰ ਲੋਕਾਂ ਦੀ ਆਵਾਜ਼ ਸੁਣਨੀ ਚਾਹੀਦੀ ਹੈ ਜੀ। ਤੁਸੀਂ ਨੈਸ਼ਨਲ ਲੈਵਲ ਦੇ ਲੀਡਰ ਦੀ ਗੱਲ ਕੀਤੀ, ਬੀਜੇਪੀ ਦੀ ਲੀਡਰਸ਼ਿਪ ਦੀ, ਕਿ ਰਾਜਨਾਥ ਸਿੰਘ, ਜੇ ਸਪਸ਼ਟ ਤੌਰ 'ਤੇ ਗੱਲ ਕਰੀਏ, ਰਾਜਨਾਥ ਸਿੰਘ ਤੇ ਦੂਜੇ ਗ੍ਰਹਿ ਮੰਤਰੀ ਅਮਿਤ ਸ਼ਾਹ, ਨਰਿੰਦਰ ਮੋਦੀ, ਇਹਨਾਂ ਵਿਚਕਾਰ ਕੋਈ ਇੱਦਾਂ ਦੀ ਖਿੱਚੋਤਾਣ ਹੈਗੀ ਹੈ ਕਾਨੂੰਨਾਂ ਲੈ ਕੇ? ਜੀ ਦੇਖੋ, ਅੰਦਰ ਖਾਤੇ ਤਾਂ ਜਿਵੇਂ ਉਹਨਾਂ ਦੇ ਬਿਆਨ ਆ ਰਹੇ ਨੇ ਵੱਖ-ਵੱਖ, ਚਾਹੇ ਉਹ ਖੇਤੀ ਮੰਤਰੀ ਨੇ ਜਾਂ ਗ੍ਰਹਿ ਮੰਤਰੀ ਨੇ ਜਾਂ ਰਾਜਨਾਥ ਦੀ ਤੁਸੀਂ ਗੱਲ ਕੀਤੀ ਹੈ, ਪ੍ਰਧਾਨ ਮੰਤਰੀ ਦੀ ਗੱਲ ਕੀਤੀ ਹੈ, ਉੱਥੋਂ ਸਾਨੂੰ ਲੱਗਦਾ ਕਿ ਉਹਨਾਂ ਦੇ ਵਿੱਚ ਇਕਸਾਰਤਾ ਨਹੀਂ ਹੈ। ਜੇ ਉਹ ਇਕਸਾਰਤਾ ਨਹੀਂ ਹੋ ਰਹੀ ਤਾਂ ਇਹਦਾ ਮਤਲਬ ਹੈ ਕਿ ਬੀਜੇਪੀ ਕਿਤੇ ਨਾ ਕਿਤੇ ਜਾ ਕੇ ਅੰਦਰ ਖਾਤੇ ਉਹ ਫਟ ਰਹੀ ਹੈ ਔਰ ਇਹ ਜਿਹੜਾ ਪਾੜਾ ਹੈ ਇਹ ਲਗਾਤਾਰ ਵੱਧ ਰਿਹਾ ਹੈ। ਔਰ ਜਿਉਂ-ਜਿਉਂ ਸੰਘਰਸ਼ ਦਾ ਜਿਹੜਾ ਹੈਗਾ ਪ੍ਰੈਸ਼ਰ ਵਧੇਗਾ, ਜਿਉਂ-ਜਿਉਂ ਲੋਕ ਇਹਦੇ ਨਾਲ ਹੋਰ ਇਨਵੋਲਵ ਹੋਣਗੇ। ਅੱਜ ਵੀ ਤੁਸੀਂ ਦੇਖਿਆ ਹੋਵੇਗਾ ਕਿ ਲਗਭਗ ਮਾਝੇ ਦੇ ਔਰ ਦੁਆਬੇ ਦੇ ਵਿੱਚੋਂ ਬਹੁਤ ਸਾਰੀਆਂ ਟਰਾਲੀਆਂ ਦੇ ਭਰ ਕੇ ਜਿਹੜੇ ਨੇ ਸਾਡੇ ਕਿਸਾਨ ਔਰ ਨੌਜਵਾਨ ਜਿਹੜੇ ਸਾਥੀ ਨੇ ਉਹ ਇਸ ਸੰਘਰਸ਼ ਵਿੱਚ ਜਾ ਰਹੇ ਨੇ, ਕੁੱਦ ਰਹੇ ਨੇ। ਔਰ ਜਿਉਂ-ਜਿਉਂ ਹੋਰ ਲੋਕ ਇਹਦੇ ਵਿੱਚ ਸ਼ਾਮਲ ਹੋਣਗੇ ਇੰਟਰਨੈਸ਼ਨਲ ਲੈਵਲ ਦੇ, ਨੈਸ਼ਨਲ ਲੈਵਲ ਦੇ, ਤਾਂ ਲਾਜ਼ਮੀ ਤੌਰ 'ਤੇ ਇਹਨਾਂ ਦਾ ਜਿਹੜਾ ਦੁਫਾੜ ਹੈ ਬੀਜੇਪੀ ਦਾ ਅੰਦਰਲਾ, ਔਰ ਉਹ ਹੋਰ ਵੱਧਦਾ ਜਾਏਗਾ ਔਰ ਅਖੀਰ ਨੂੰ ਬਹੁਤ ਵੱਡਾ ਨੁਕਸਾਨ, ਮੈਨੂੰ ਲੱਗਦਾ ਹੈ ਕਿ ਲਗਭਗ ਆਪਾਂ 1925 ਦੇ ਵਿੱਚ ਜਿਹੜਾ ਹੈਗਾ RSS ਜਾਂ ਬੀਜੇਪੀ ਦਾ ਜਿਹੜੀ ਹੈਗੀ ਹੋਂਦ ਹੁੰਦੀ ਹੈ ਔਰ ਉਸ ਤੋਂ ਬਾਅਦ ਲਗਾਤਾਰ ਲਗਭਗ 95 ਸਾਲਾਂ ਦੇ ਇਤਿਹਾਸ ਦੇ ਵਿੱਚ ਬਹੁਤ ਵੱਡੀ ਸੱਟ ਇਸ ਸੰਘਰਸ਼ ਦੇ ਰਾਹੀਂ ਪਏਗੀ ਬੀਜੇਪੀ ਨੂੰ। ਔਰ ਬੀਜੇਪੀ ਨੂੰ ਇਸ ਨੂੰ ਬਚਾਉਣਾ ਚਾਹੀਦਾ। ਮੈਨੂੰ ਲੱਗਦਾ ਹੈ ਕਿ ਜੇ ਉਹ ਬਚਾਉਣਾ ਚਾਹੁੰਦੀ ਹੈ ਤਾਂ ਕਿਸਾਨਾਂ ਦੀਆਂ ਮੰਗਾਂ ਜ਼ਰੂਰ ਉਹਨੂੰ ਮੰਨ ਲੈਣੀਆਂ ਚਾਹੀਦੀਆਂ ਨੇ। ਕੁੱਲ ਮਿਲਾ ਕੇ ਉਮੀਦ ਕਿੰਨੀ ਕੁ ਹੈ, ਆਸ ਕਿੰਨੀ ਕੁ ਹੈ ਕਿ ਇਹ ਕਾਨੂੰਨ ਖਾਰਜ ਹੋ ਜਾਣਗੇ ਮੁੱਢੋਂ? ਦੇਖੋ, ਮੈਂ ਕਹਿਣਾ ਵੀ ਜਦੋਂ ਸੰਘਰਸ਼ ਹੁੰਦਾ ਲੋਕਾਂ ਦਾ ਨਾ, ਤਾਂ ਵੱਡੀਆਂ ਜਿਹੜੀਆਂ ਰਾਜ ਸੱਤਾ ਨੇ, ਸਾਡੇ ਕੋਲ ਬਹੁਤ ਵੱਡੇ ਇਨਕਲਾਬਾਂ ਦਾ ਇਤਿਹਾਸ ਹੈ ਪੂਰੀ ਦੁਨੀਆ ਦੇ ਵਿੱਚ, ਜਿਹਨੂੰ ਇਹ ਕਹਿੰਦੇ ਸੀਗੇ ਕਿ ਅੰਗਰੇਜ਼ਾਂ ਦਾ ਪੂਰੀ ਦੁਨੀਆ ਦੇ ਉੱਤੇ ਸੂਰਜ ਜਿਹੜਾ ਹੈਗਾ ਚੜ੍ਹਦਾ ਹੈ ਔਰ ਕਦੇ ਵੀ ਉਹਨਾਂ ਦਾ ਸੂਰਜ ਛਿਪਦਾ ਨਹੀਂ ਹੈ। ਉਹ ਅੱਜ ਕਿੱਥੇ ਨੇ? ਉਹ ਅੱਜ ਚਲੇ ਗਏ। ਲੋਕਾਂ ਦੇ ਸੰਘਰਸ਼ ਨੇ ਉਹਨਾਂ ਨੂੰ ਖਤਮ ਕੀਤਾ। ਇਸੇ ਤਰ੍ਹਾਂ ਹਿਟਲਰ ਵਰਗੇ ਕਹਿੰਦੇ ਸੀਗੇ ਕਿ ਅਸੀਂ ਸਾਰੀ ਦੁਨੀਆ ਦੇ ਉੱਤੇ ਰਾਜ ਕਰਾਂਗੇ। ਅੱਜ ਹਿਟਲਰ ਕਿੱਥੇ ਹੈ ਅਸੀਂ ਸਾਰੇ ਜਾਣਦੇ ਹਾਂ। ਮੁਸੋਲਿਨੀ ਚਾਹੁੰਦਾ ਸੀਗਾ ਕਿ ਸਾਰੀ ਦੁਨੀਆ 'ਤੇ ਰਾਜ ਕਰਨਾ। ਹੋਰ ਬਹੁਤ ਸਾਰੇ ਗਦਾਫੀ ਵਰਗੇ ਲੋਕ ਸੀਗੇ, ਉਹ ਚਾਹੁੰਦੇ ਸੀਗੇ ਕਿ ਅਸੀਂ ਦੁਨੀਆ ਦੇ ਉੱਤੇ ਮਤਲਬ ਆਪਣੇ ਮੁਲਕਾਂ ਦੇ ਉੱਤੇ
ਧੱਕੇ ਦੇ ਨਾਲ ਰਾਜ ਕਰਨਾ ਹੈ। ਸੋ ਇਦਾਂ ਦੇ ਲੋਕ ਹੋ ਕੇ ਚਲੇ ਗਏ। ਔਰ ਜੇ ਮੈਂ ਇਹੀ ਕਹਿਣਾ ਚਾਹੁੰਦਾ ਕਿ ਜੇ ਇਹ ਸੰਘਰਸ਼ ਲਗਾਤਾਰ ਵੱਧਦਾ ਗਿਆ ਤਾਂ ਬੀਜੇਪੀ ਜਿਹੜੀ ਦੀ ਸੱਤਾ ਹੈ ਉਹਦੇ ਲਈ ਵੀ ਖਤਰਾ ਖੜਾ ਹੋ ਸਕਦਾ ਹੈ। ਇਸ ਲਈ ਸਮਝਣ ਦੀ ਲੋੜ ਹੈ ਇਸ ਸੰਘਰਸ਼ ਦੀਆਂ ਜੜ੍ਹਾਂ ਨੂੰ, ਇਸ ਸੰਘਰਸ਼ ਦੇ ਜਿਹੜਾ ਹੈਗਾ ਉਹਦੇ ਲੱਛਣਾਂ ਨੂੰ, ਉਹਦੇ ਜਿਹੜੇ ਸੰਕਲਪ ਨੂੰ, ਉਹਦੇ ਜਿਹੜੀ ਸ਼ੇਪ ਨੂੰ, ਹਰ ਚੀਜ਼ ਨੂੰ ਉਹਨੂੰ ਸਮਝ ਕੇ ਜਿਹੜਾ ਹੈਗਾ ਬੀਜੇਪੀ ਨੂੰ ਠੰਡੇ ਮਨ ਦੇ ਨਾਲ ਜਿਹੜਾ ਹੈਗਾ ਉਹ ਵਿਚਾਰ ਕਰਨੀ ਚਾਹੀਦੀ ਹੈ। ਔਰ ਇਹ ਕਾਨੂੰਨ ਜਿਹੜੇ ਨੇ ਕਾਲੇ ਕਾਨੂੰਨ ਇਹ ਰੱਦ ਕਰਨੇ ਚਾਹੀਦੇ ਆ। ਇਹਦੇ ਵਿੱਚ ਹੀ ਸਾਰਿਆਂ ਦਾ ਭਲਾ ਹੈ ਜੀ। ਸ਼ੁਕਰੀਆ ਪ੍ਰੋਫੈਸਰ ਸਾਹਿਬ। ਇਹ ਸਨ ਸਾਡੇ ਨਾਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪ੍ਰੋਫੈਸਰ ਡਾਕਟਰ ਭੀਮਿੰਦਰ ਜੀ। ਇਹਨਾਂ ਨੇ ਤੁਹਾਨੂੰ ਦੱਸਿਆ ਕਿ ਇਹ ਜੋ ਖੇਤੀ ਕਾਨੂੰਨ ਨੇ ਬੀਜੇਪੀ ਸਰਕਾਰ ਨੇ ਪਾਸ ਕੀਤੇ ਨੇ, ਕਿਸਾਨੀ ਸੰਘਰਸ਼ ਜਿਹਨੂੰ ਲੈ ਕੇ ਪੀਕ ਦੇ ਉੱਤੇ ਹੈ, ਕਿਸਾਨੀ ਸੰਘਰਸ਼ ਦੇ ਦਬਾਅ ਹੇਠ ਇਹ ਕਾਨੂੰਨ ਵਾਪਸ ਹੋਣਗੇ, ਮੁੱਢੋਂ ਖਾਰਜ ਹੋਣਗੇ। ਲਗਾਤਾਰ ਕਿਸਾਨਾਂ ਦੀ ਮੀਟਿੰਗਾਂ ਬੇਸਿੱਟਾ ਰਹੀਆਂ ਨੇ। 5 ਦਸੰਬਰ ਤੋਂ ਬਾਅਦ ਇੱਕ ਮੀਟਿੰਗ ਫਿਰ ਹੋਈ ਸੀ, ਇੱਕ ਮੀਟਿੰਗ ਐਮਰਜੈਂਸੀ ਸੱਦ ਲਈ ਗਈ ਸੀ ਅਮਿਤ ਸ਼ਾਹ ਵੱਲੋਂ, ਉਹ ਮੀਟਿੰਗ ਬੇਸਿੱਟਾ ਰਹੀ ਹੈ। 9 ਦਸੰਬਰ ਦੀ ਜੋ ਮੀਟਿੰਗ ਸੀ ਉਸ ਮੀਟਿੰਗ ਦਾ ਬਾਈਕਾਟ ਕਰ ਦਿੱਤਾ ਗਿਆ ਸੀ ਕਿਸਾਨਾਂ ਵੱਲੋਂ ਅਗਲੇ ਪ੍ਰੋਗਰਾਮ ਦਿੱਤੇ ਗਏ ਨੇ ਤਾਂ ਜੋ ਕੇਂਦਰ ਸਰਕਾਰ ਉੱਤੇ ਦਬਾਅ ਬਣ ਸਕੇ। ਇਹਨਾਂ ਵਿੱਚੋਂ ਨਿਕਲ ਕੇ ਕੀ ਆਉਂਦਾ, ਦਬਾਅ ਕਿੱਥੇ ਤੱਕ ਬਣਦਾ, ਅੱਗੇ ਬੀਜੇਪੀ ਕੀ ਗੱਲਬਾਤ ਤੋਰਦੀ ਹੈ, ਲਗਾਤਾਰ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ। ਤੁਸੀਂ ਬਣੇ ਰਹੋ ਸਾਡੇ ਨਾਲ। ਚੈਨਲ ਪੰਜਾਬੀ ਡਾਕ ਤੇ ਕੈਮਰਾਮੈਨ ਅਤੁਲ ਵਰਮਾ ਦੇ ਨਾਲ ਮੈਂ ਗੁਰਜਿੰਦਰ ਸਿੰਘ ਭੰਗੂ।